मिठ बोलड़ा जी मिठ बोलड़ा जी हर सज्जन स्वामी मोरा मिठ बोलड़ा जी हर सजन स्वामी मोरा हो समल थकी जी हो समल थकी जी ओ कदे न बोले कोरा मिठ बोलड़ा जी हर सजन स्वामी मोरा सजन स्वामी मोरा कौड़ा बोल न जाने अग्न को न चितारे कौड़ा बोल न जाने अग्न को न चितारे अग्न को न चितारे मिठ बोलड़ा जी हर सजन स्वामी मोरा मिठ बोलड़ा जी हर सजन स्वामी मोरा पतित पावन हर बिरद सुधाए पतित पावन हर बिरद सुधाए पतित पावन हर बिरद सुधाए एक तिल नहीं पन्ने काले एक तिल नहीं पन्ने काले मिठ बोलड़ा जी हर सज्जन स्वामी मोरा मिठ बोलड़ा जी हर सज्जन स्वामी मोरा कट कट वासी सर्व निवासी कट कट वासी सर्व निवासी निरहिते निरहिते मिठ बोलड़ा जी हर सजन स्वामी मोरा मिठ बोलड़ा जी हर सजन स्वामी मोरा
दास सदा शरणागत नानक दास सदा शरणागत हर अमृत सजन मेरा मिठ बोलड़ा जी मिठ बोलड़ा जी हर सजन स्वामी मोरा मिठ बोलड़ा जी हर सजन स्वामी मोरा हाँ बिस्म पाई हर दर्शन हाँ बिस्म पाई जी हर दर्शन देखया पारा हाँ बिस्म पाई जी हर दर्शन देखिया पारा मेरा सुंदर स्वामी मेरा सुंदर स्वामी जी हाँ चरण कमल चरण कमल पग शारा मिठ बोलड़ा जी हर सजन सुगामी मोरा सजन स्वामी मोरा। परम सत्कारयोग आओ जी लाहा लईए महाराज जी दे चरणां दा। सतनाम वाहिगुरु साहिब जी। लाख खुशियाँ पातशाहियाँ लाख खुशियाँ पातशाहियाँ जे सतगुर नदर करे निमख एक हर नाम दे मेरा मन तन शीतल होए। वाहिगुरु जी गुरु गरीब नवाज। लखा खुशियाँ लखा ही पातशाहियाँ जे सतगुर नादर करे। लखा खुशियाँ लखा ही पातशाहियाँ सतगुर नादर करे। लखा खुशियाँ लखा ही पातशाहियाँ सतगुर नादर करे। लखा खुशियाँ लखाई पातशाहियाँ सतगुर नादर करे। नादर करे। लखा खुशियाँ लखाई पातशाहियाँ सतगुर नादर करे।
ਸਤਿਗੁਰ ਜੀ ਨਦਰ ਕਰੇ, ਸਤਿਗੁਰ ਜੀ ਨਦਰ ਕਰੇ। ਸਤਿਗੁਰ ਜੀ ਨਦਰ ਕਰੇ, ਸਤਿਗੁਰ ਜੀ ਨਦਰ ਕਰੇ। ਸਤਿਗੁਰ ਜੀ ਨਦਰ ਕਰੇ। ਹਾਂ ਸਤਿਗੁਰ ਜੀ ਲੱਖਾਂ ਖੁਸ਼ੀਆਂ ਲਖਾਈ ਪਾਤਸ਼ਾਹੀਆਂ, ਪਾਤਸ਼ਾਹੀਆਂ ਸਤਿਗੁਰ ਨਦਰ ਕਰੇ। ਲੱਖਾਂ ਖੁਸ਼ੀਆਂ ਲਖਾਈ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ। ਲੱਖਾਂ ਖੁਸ਼ੀਆਂ ਲਖਾਈ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ। ਲੱਖਾਂ ਖੁਸ਼ੀਆਂ ਲਖਾਈ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ। ਲਖਾਈ ਪਾਤਸ਼ਾਹੀਆਂ ਸਤਿਗੁਰ ਨਦਰ। ਲੱਖਾਂ ਖੁਸ਼ੀਆਂ ਲਖਾਈ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ। ਸਤਿਗੁਰ ਜੀ ਨਦਰ ਕਰੇ, ਸਤਿਗੁਰ ਜੀ ਨਦਰ ਕਰੇ। ਸਤਿਗੁਰ ਜੀ ਨਦਰ ਕਰੇ। ਹਾਂ ਸਤਿਗੁਰ ਜੀ ਨਦਰ ਕਰੇ। ਸਤਿਗੁਰ ਜੀ ਨਦਰ ਕਰੇ। ਸਤਿਗੁਰ ਜੀ ਨਦਰ ਕਰੇ। ਲੱਖਾਂ ਖੁਸ਼ੀਆਂ ਲਖਾਈ ਪਾਤਸ਼ਾਹੀਆਂ ਸਤਿਗੁਰ 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 ਨਦਰ ਕਰੇ। ਲਖਾਈ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ। ਲੱਖਾਂ ਖੁਸ਼ੀਆਂ ਲਖਾਈ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ। ਮੇਹਰਾਂ ਦਿਆ ਸਾਈਆਂ ਮਿਹਰ ਕਰੀ, ਮੇਹਰਾਂ ਦਿਆ ਸਾਈਆਂ ਮਿਹਰ ਕਰੀ। ਮੇਹਰਾਂ ਦਿਆ ਸਾਈਆਂ ਮਿਹਰ ਕਰੀ, ਮੇਹਰਾਂ ਦਿਆ ਸਾਈਆਂ ਮਿਹਰ ਕਰੀ। ਆਂਦਿਆ ਸਾਈਆਂ ਮਿਹਰ ਕਰੀ, ਆਂਦਿਆ ਸਾਈਆਂ ਮਿਹਰ ਕਰੀ। ਅਸੀਂ ਤੇਰੀ ਮਿਹਰ ਨਾਲ ਤਰਨਾ, ਮਿਹਰਾਂ ਦਿਆ ਸਾਈਆਂ ਮਿਹਰ ਕਰੀ, ਮਿਹਰਾਂ ਦਿਆ ਸਾਈਆਂ ਮਿਹਰ ਕਰੀ। ਅਸੀਂ ਤੇਰੀ ਮਿਹਰ ਨਾਲ ਤਰਨਾ, ਦਿਆ ਸਾਈਆਂ ਮਿਹਰਾਂ ਦਿਆ ਸਾਈਆਂ ਮਿਹਰ ਕਰੀ। ਅਸੀਂ ਤੇਰੀ ਮਿਹਰ ਨਾਲ ਤਰਨਾ ਦਿਆ ਸਾਈਆਂ ਮਿਹਰ ਕਰੀ। ਆਂਦਿਆ ਸਾਈਆਂ ਮਿਹਰ ਕਰੀ। ਤੇਰੀ ਮਿਹਰ ਨਾਲ ਤਰਨਾ, ਮਿਹਰਾਂ ਦਿਆ ਸਾਈਆਂ ਮਿਹਰ ਕਰੀ, ਮਿਹਰਾਂ ਦਿਆ ਸਾਈਆਂ ਮਿਹਰ ਕਰੀ। ਅਸੀਂ ਤੇਰੀ ਮਿਹਰ ਨਾਲ ਤਰਨਾ, ਰਾਵਿਆ ਸਾਈਆਂ ਮਿਹਰ ਕਰੀ, ਰਾਵਿਆ ਸਾਈਆਂ ਮਿਹਰ ਕਰੀ। ਤੇਰੀ ਮਿਹਰ ਨਾਲ ਤਰਨਾ, ਰਾਵਿਆ ਸਾਈਆਂ, ਰਾਵਿਆ ਸਾਈਆਂ ਮਿਹਰ ਕਰੀ। ਪਰਮ ਸਤਿਕਾਰਯੋਗ ਆਓ ਯੁਗੋ ਯੁਗ ਅਟਲ ਤਖਤਾ ਗੱਦੀ ਤੇ ਪ੍ਰਕਾਸ਼ਵਾਨ ਹਾਜ਼ਰ ਹਜ਼ੂਰ ਜ਼ਾਹਰਾ ਜ਼ਹੂਰ ਯੁਗੋ ਯੁਗ ਅਟਲ ਤਖਤਾ ਗੱਦੀ ਤੇ ਪ੍ਰਕਾਸ਼ਵਾਨ ਦੀਨ ਦੁਨੀਆ ਦੇ ਮਾਲਕ ਸਰਬ ਸਾਂਝੇ ਰਹਿਬਰ ਕਲਯੁਗ ਦੇ ਬੋਹਿਤ ਕਲਯੁਗ ਦੇ ਜਹਾਜ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ
ਜਿਨ੍ਹਾਂ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਪਰਿਵਾਰ 'ਤੇ। ਕਈ ਵਾਰੀ ਜ਼ਿੰਦਗੀ ਦੀਆਂ ਇਹ ਖੁਸ਼ੀਆਂ ਸੋਚਦਿਆਂ ਇੰਨਾ ਸਮਾਂ ਲੰਘ ਜਾਂਦਾ ਹੈ, ਦੇਖਦੇ ਹਾਂ ਉਹ ਮਨ ਦੇ ਜਿਹੜੇ ਖਿਆਲ ਆਉਂਦੇ ਆ, ਮਨ ਦੀਆਂ ਜਿਹੜੀਆਂ ਰੀਝਾਂ ਹੁੰਦੀਆਂ ਨਾ। ਬਾਪੂ ਸੋਚਦਾ ਵੀ ਚੱਲ ਪੋਤੇ ਦੇ ਜਨਮ ਦਿਨ 'ਤੇ ਖੰਡ ਪਾਠ ਕਰਾਵਾਂਗਾ, ਦੀਵਾਨ ਕੀਰਤਨ ਕਰਾਵਾਂਗਾ, ਤੇ ਬਾਪੂ ਬਜ਼ੁਰਗ ਹੋ ਜਾਂਦਾ। ਫਿਰ ਸੋਚਦਾ ਵੀ ਚਲੋ ਪਹਿਲਾਂ ਜਦੋਂ ਪਿਓ ਅਵਸਥਾ ਵਿੱਚ ਹੁੰਦਾ ਹੈ, ਫਿਰ ਉਹ ਸੋਚਦਾ ਵੀ ਮੈਂ ਪੁੱਤਰ ਦੇ ਵਿਆਹ 'ਤੇ ਮਹਾਰਾਜ ਦੇ ਚਰਨ ਪਰਸਾਂਗਾ, ਸਤਸੰਗਤ ਕਰਾਵਾਂਗਾ। ਇੱਦਾਂ ਹੀ ਕਰਦਿਆਂ ਸਮਾਂ ਲੰਘ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਜਿਹੜਾ ਸਮਾਂ ਖੁਸ਼ੀ ਸਾਂਝੀ ਹੋ ਜਾਏ ਗੁਰੂ ਨਾਲ, ਉਹ ਪਾਤਸ਼ਾਹ ਜੀ ਉਹ ਘੜੀ ਬਾਰੇ ਦੱਸਣਾ ਕਰਦੇ। ਕਹਿੰਦੇ ਸਾਈ ਘੜੀ ਸੁਲੱਖਣੀ 100 ਨਾਲ ਬਿਹਾਵੇ। ਉਹ ਘੜੀ ਬੜੀ ਸੁਲੱਖਣੀ ਹੈ ਜਿਹੜੀ 100 ਕਹਿੰਦੇ ਆ ਪ੍ਰਮਾਤਮਾ ਪਰਮੇਸ਼ਰ ਨੂੰ, ਜਿਹੜਾ ਸ਼ਾਹਾਂ ਦਾ ਸ਼ਾਹ ਹੈ, ਰਾਜਿਆਂ ਦਾ ਰਾਜਾ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਇੰਦਰਾਨ ਇੰਦਰ, ਬਾਲਾਨ ਬਾਲ, ਰੰਕਾਨ ਰੰਗ, ਕਾਲਾਨ ਕਾਲ। ਉਹ ਸਰਵ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਰਾਜਾ ਜੋਗੀ, ਐਸਾ ਸਤਿਗੁਰ। ਤੇ ਗੁਰੂ ਪਿਆਰ ਵਾਲਿਓ, ਬੜੀ ਖੁਸ਼ੀ ਹੈ। ਅਸੀਂ ਇੱਕ ਵਾਰ ਧੂਰੀ ਨਗਰ ਦੇ ਵਿੱਚ ਹੀ ਭਗਤ ਰਵਿਦਾਸ ਜੀ ਭਵਨ 'ਚ ਆਏ ਸੀਗੇ। ਅਖੰਡ ਪਾਠ ਸਹਿਜ ਪਾਠ ਸਾਹਿਬ ਸੀ ਮੇਰਾ ਖਿਆਲ, ਉੱਥੇ ਕੀਰਤਨ ਦੀਵਾਨ ਸੀ ਰਾਤਰੀ ਦਾ, ਤੇ ਇਹਨਾਂ ਵੀਰਾਂ ਦਾ ਸਾਊਂਡ ਸੀ ਉੱਥੇ ਹੀ ਪਿਆਰ ਬਣ ਗਿਆ। ਸਾਡੇ ਵਰਗੇ ਹੋਰ ਬੜੇ ਅਨੇਕਾਂ ਜਥੇ ਨੇ, ਪਰ ਪਿਆਰ ਜਿਹੜਾ ਬਣ ਜਾਏ, ਪ੍ਰੇਮ ਬਣ ਜਾਏ, ਉਹ ਵੱਖਰਾ ਹੁੰਦਾ। ਉੱਥੇ ਫਿਰ ਮਾਇਆ ਦੀ ਗੱਲ ਨਹੀਂ ਹੁੰਦੀ, ਉੱਥੇ ਕਿਸੇ ਦੀ ਗੱਲ ਦਾ ਰੌਲਾ ਨਹੀਂ ਰਹਿ ਜਾਂਦਾ। ਸਿਆਣੇ ਕਹਿੰਦੇ ਆ ਮਨ ਮਿਲੀਆਂ ਦੇ ਮੇਲੇ, ਕੌਣ ਗੁਰੂ ਕੌਣ ਚੇਲੇ। ਤੇ ਗੁਰਮੁਖ ਪਿਆਰਿਓ, ਸਤਿਗੁਰ ਦੀ ਕਿਰਪਾ ਨਾਲ ਅਸਥਾਨ ਸਮਾਣੇ ਤੋਂ ਅੱਗੇ ਅੱਜ ਚੱਲ ਕੇ ਆਏ ਹਾਂ ਅਸੀਂ। ਪਿਆਰ ਸੀ ਪਰਿਵਾਰ ਦਾ, ਤੇ ਇੱਕ ਪ੍ਰੋਗਰਾਮ ਹੋਰ ਸੀ, ਉਹ ਵੀ ਅਸੀਂ ਕੈਂਸਲ ਕਰਿਆ ਸੀ ਕਿ ਵੀ ਇੱਧਰ ਜ਼ਰੂਰ ਹਾਜ਼ਰੀ ਭਰਨੀ ਹੈ। ਤੇ ਸਪੈਸ਼ਲੀ ਕਹਿੰਦੇ ਬਾਬਾ ਜੀ ਤੁਹਾਡੇ ਤੋਂ ਹੀ ਪ੍ਰੋਗਰਾਮ ਕਰਵਾਉਣਾ ਹੈ। ਤੇ ਗੱਲ ਪਿਆਰ ਦੀ ਹੁੰਦੀ ਹੈ, ਪ੍ਰੇਮ ਦੀ ਹੁੰਦੀ ਹੈ ਭਾਈ। ਗੱਲਾਂ ਉਹਨਾਂ ਨੇ ਵੀ ਉਹੀ ਸੁਣਾਉਣੀਆਂ, ਦੂਜੇ ਜਥਿਆਂ ਨੇ ਅਸੀਂ ਵੀ ਉਹੀ ਸੁਣਾਉਣੀਆਂ। ਤੇ ਇਸ ਕਰਕੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਇਹ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਬੜੀਆਂ ਖੁਸ਼ੀਆਂ। ਮਹਾਰਾਜ ਬਖਸ਼ਿਸ਼ ਕਰਨ, ਝੋਲੀ ਪਾਉਣ ਇਹ ਪਰਿਵਾਰ ਦੇ। ਮਹਾਰਾਜ ਜੀ ਹੋਰ ਖੁਸ਼ੀਆਂ ਬਖਸ਼ਣ, ਦਿਨ ਦੁੱਗਣੀਆਂ ਚੌਗਣੀਆਂ ਤਰੱਕੀਆਂ ਕਰਨ ਭਾਈ। ਇਹੀ ਜਥੇ ਵੱਲੋਂ ਅਰਦਾਸਾਂ ਬੇਨਤੀਆਂ। ਮਹਾਰਾਜ ਅੱਗੇ ਸੁਖਮਨੀ ਸਾਹਿਬ ਦੇ ਪਾਠ ਹੋਏ ਨੇ, ਆਓ ਮਹਾਰਾਜ ਜੀ ਦੇ ਨਾਲ ਖੁਸ਼ੀਆਂ ਦੀ ਸਾਂਝ ਇਹੀ ਹੁੰਦੀ ਹੈ। ਗੁਰੂ ਨਾਨਕ ਦੇ ਦਰ ਤੋਂ ਅਸੀਸ ਮਿਲ ਜਾਏ ਜਿਹੜੀ, ਤੇ ਗੁਰਮੁਖ ਪਿਆਰਿਓ ਉਹ ਅਸੀਸ ਰਹਿਣ ਵਾਸਤੇ ਆਪਾਂ ਇਹ ਇੰਨਾ ਉਦਮ ਉਪਰਾਲਾ ਕਰਦੇ ਹਾਂ। ਸੰਗਤ ਦਾ ਇਕੱਠ ਕਰਨਾ, ਸੰਗਤ ਵਿੱਚ ਵੀ ਪ੍ਰਮਾਤਮਾ ਦਾ ਨਿਵਾਸ ਹੁੰਦਾ ਹੈ। ਵਿੱਚ ਹਰ ਪ੍ਰਭ ਸੰਗਤ ਬਸੈ ਜੀਓ, ਬਾਹਰ ਕਾਹੇ ਜਾਏ ਜੀਓ। ਤੇ ਇਸ ਕਰਕੇ ਉਹ ਸਾਰਿਆਂ ਵਿੱਚ ਨਿਵਾਸ ਸਕਦਾ। ਘਟ ਘਟ ਮੈਂ ਹਰਜੂ ਬਸੈ, ਹਰ ਮਨੁੱਖ ਵਿੱਚ ਉਹਦਾ ਨਿਵਾਸ ਹੈ। ਬਸ ਉਹ ਸਿਆਣੇ ਕਹਿੰਦੇ ਆ, ਜਿਵੇਂ ਬੁੱਲੇ ਸ਼ਾਹ ਜੀ ਲਿਖਦੇ ਆ, ਕਹਿੰਦੇ ਬੁੱਲਿਆ ਓਏ ਰੱਬ ਤੇ ਤੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਉਹ ਤਾਂ ਅੰਗ ਸੰਗ ਹੀ ਹੈ। ਤੇ ਇਸ ਕਰਕੇ ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਆ। ਜਿਵੇਂ ਭਗਤ ਰਵਿਦਾਸ ਮਹਾਰਾਜ ਜੀ ਲਿਖਦੇ ਆ ਨਾ, ਉਹ ਤਾਂ ਕਹਿੰਦੇ ਆ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਕਦੇ ਗੌਰ ਕਰਕੇ ਦੇਖਿਓ। ਤੋ ਇਸ ਕਰਕੇ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ। ਜੇ ਚਿੱਤ ਨੂੰ ਨਰੰਜਨ ਪਰਮਾਤਮਾ ਨਾਲ ਧਿਆਨ ਕਰਕੇ ਦੇਖੀਏ ਨਾ, ਕੰਮ ਕੋਈ ਕਰੀ ਜਾਈਏ, ਤੇ ਪਰਮਾਤਮਾ ਹਾਜ਼ਰ ਨਾਜ਼ਰ ਹੈ। ਭਗਤ ਧੰਨਾ ਜੀ ਕੋਲੇ ਪਹੁੰਚੇ, ਕਿੰਨੇ ਭਗਤਾਂ ਦੀ ਬਾਣੀ, 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜੀ। ਇੱਥੇ ਰੌਲਾ ਜਾਤ ਦਾ ਨਹੀਂ ਹੈ, ਪਰ ਬੜਾ ਅਫਸੋਸ ਹੈ ਅੱਜ ਗੁਰਮੁਖ ਪਿਆਰਿਓ ਸੰਸਾਰ ਦੇ ਵਿੱਚ ਜਾਤਾਂ ਪਾਤਾਂ ਦਾ ਰੌਲਾ ਪੈ ਗਿਆ। ਪਰ ਗੁਰੂ ਪਾਤਸ਼ਾਹ ਜੀ ਨੇ ਜਾਤਾਂ ਨੂੰ ਖਤਮ ਕੀਤਾ ਹੈ। ਮਹਾਰਾਜ ਜੀ ਕਹਿੰਦੇ ਮਾਨਸ ਕੀ ਜਾਤ
ਸਵੈ ਏਕੈ ਪਹਿਚਾਣਬੋ। ਤੇ ਕੋਈ ਇੱਥੇ ਜਾਤ ਨਹੀਂ ਹੈ। ਤੋ ਇੱਥੇ ਤਾਂ ਗੁਰਮੁਖ ਪਿਆਰਿਓ ਗੱਲ ਪ੍ਰੇਮ ਦੀ ਹੈ। ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਕੀਤਾ, ਜੇ ਭਗਤ ਰਵਿਦਾਸ ਮਹਾਰਾਜ ਜੀ ਨੇ ਕੀਤਾ, ਉਹ ਵੀ ਇੱਥੇ ਦਰਜ ਹੋ ਗਏ। ਜਾਤ ਤਾਂ ਨਹੀਂ ਪੁੱਛੀ ਮਹਾਰਾਜ ਜੀ ਨੇ। ਜੇ ਭਗਤ ਸਦਨਾ ਜੀ ਕਸਾਈ ਸੀ, ਉਹਨਾਂ ਨੇ ਪ੍ਰੇਮ ਕੀਤਾ, ਉਹ ਵੀ ਦਰਜ ਹੋ ਗਏ। ਤੇ ਜੇ ਇੱਥੇ ਭਗਤ ਸੂਰਦਾਸ ਸੀ, ਅੱਖਾਂ ਤੋਂ ਅੰਨੇ ਸੀ ਬਿਲਕੁਲ, ਇੱਕ ਸ਼ਬਦ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦੀ ਬਾਣੀ ਦਰਜ ਹੋ ਗਈ। ਤੇ ਗੁਰਮੁਖ ਪਿਆਰਿਓ ਭਗਤ ਨਾਮਦੇਵ ਜੀ ਸ਼ੀਂਬਾ ਸੀ ਜਾਤ ਦੇ। ਪੁੱਛਿਆ ਮਹਾਰਾਜ ਜੀ ਨੇ ਵੀ ਤੂੰ ਸ਼ੀਂਬਾ ਹੈ, ਤੇਰੀ ਬਾਣੀ ਨਹੀਂ ਲਿਖਣੀ ਅਸੀਂ, ਉਹ ਵੀ ਦਰਜ ਹੋ ਗਏ। ਤੇ ਗੁਰਮੁਖ ਪਿਆਰਿਓ ਇੱਥੇ ਭਗਤ ਪੀਪਾ ਜੀ ਪੰਡਤ ਸੀਗੇ ਜਾਤ ਦੇ, ਉਹ ਵੀ ਦਰਜ ਹੋ ਗਏ। ਪੁੱਛਿਆ ਮਹਾਰਾਜ ਜੀ ਨੇ ਵੀ ਤੂੰ ਪੰਡਤ ਹੈ, ਤੂੰ ਬ੍ਰਾਹਮਣ ਹੈ? ਨਹੀਂ। ਗੱਲ ਪ੍ਰੇਮ ਦੀ ਹੈ। ਜਿਨ੍ਹਾਂ ਨੇ ਦਿਲੋਂ ਪ੍ਰੇਮ ਕੀਤਾ ਨਾ ਮਹਾਰਾਜ ਜੀ ਨੇ, ਤੇ ਮਹਾਰਾਜ ਜੀ ਕਹਿੰਦੇ ਦਿਲੋਂ ਮੁਹੱਬਤ ਜਿਨ ਸਈ ਸੱਚਿਆ। ਬਾਬਾ ਫਰੀਦ ਸਾਹਿਬ ਬਚਨ ਕਰਦੇ ਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਗੱਲ ਇੱਥੇ ਜਾਤ ਦੀ ਨਹੀਂ ਹੈ, ਗੱਲ ਤਾਂ ਇੱਥੇ ਆਸ਼ਕ ਦੀ ਹੈ। ਜਿਹੜਾ ਆਸ਼ਕ ਰੱਬ ਨਾਲ ਰਤਿਆ ਹੋਇਆ, ਇੱਕ ਦੁਨਿਆਵੀ ਆਸ਼ਕ ਨੇ, ਇੱਕ ਰੱਬ ਦੇ ਆਸ਼ਕ ਨੇ। ਰੱਤੇ ਇਸ਼ਕ ਖੁਦਾਏ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਉਹ ਜਿਹੜੇ ਰੱਬ ਦੇ ਇਸ਼ਕ ਵਿੱਚ ਰੱਤੇ ਹੋਏ ਨੇ ਨਾ, ਉਹ ਅਸਲ ਆਸ਼ਕ ਨੇ ਰੱਬ ਦੇ। ਉਹਨਾਂ ਦੀ ਵਿਰਤੀ ਜਦੋਂ ਉੱਚੀ ਚਲੀ ਜਾਂਦੀ ਹੈ, ਫਿਰ ਜਾਤ ਵੀ ਖਤਮ ਹੋ ਜਾਂਦੀ ਹੈ। ਫਿਰ ਜਿਵੇਂ ਭਗਤ ਕਬੀਰ ਸਾਹਿਬ ਜੀ ਜਾਤ ਦੇ ਜਲਾਹੇ ਸੀ, ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਿਆ, ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਗੁਰਬਾਣੀ ਵਿੱਚ 15 ਭਗਤਾਂ ਦੀ ਬਾਣੀ ਜਿਹੜੀ ਹੈ ਨਾ, ਉਹ ਇਹ ਆਪ ਜੀ ਨਾਲ ਮੈਂ ਦੱਸਣੀ ਸਾਂਝੀ ਕਰ ਲਵਾਂ ਗੱਲ। ਇਹ 15 ਭਗਤਾਂ ਦੀ ਬਾਣੀ ਉਹਨਾਂ ਦੇ ਜੀਵਨ ਦਾ ਪ੍ਰੈਕਟੀਕਲ ਹੈ, ਜੀਵਨ ਦਾ ਪ੍ਰੈਕਟੀਕਲ। ਉਹ ਬਾਣੀ ਉਹਨਾਂ ਨੇ ਇਹਦੇ ਵਿੱਚ ਪਾਈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਤੇ ਮਹਾਰਾਜ ਜੀ, ਉਹ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਨਾ, ਜਦਣ ਮੇਰੇ ਅੰਦਰੋਂ ਫਿਰ ਮੈਂ ਮਰ ਗਈ, ਤੇ ਉਦੋਂ ਕਹਿੰਦੇ ਮੈਂ ਕਰਦਾ ਸੀ, ਪਰ ਬਸ ਜਦੋਂ ਮੇਰੇ ਅੰਦਰੋਂ ਮੈਂ ਮਰ ਗਈ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦੋਂ ਆਪਾ ਭਾਵ ਮੈਂ ਮੇਰੀ ਮਿਟ ਗਈ ਨਾ, ਕਬੀਰ ਸਾਹਿਬ ਕਹਿੰਦੇ ਬਸ ਜਤ ਦੇਖਾਂ ਤਤ ਤੂੰ। ਜਿੱਧਰ ਨੂੰ ਮੈਂ ਦੇਖਦਾ ਸੀ, ਜਿਹਦੇ ਵੱਲ ਵੇਖਦਾ ਸੀ, ਉਹਦੇ ਵਿੱਚੋਂ ਮੈਨੂੰ ਖੁਦਾ ਦਾ ਨੂਰ ਦਿਸਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਕਰਕੇ ਦੁਨੀਆ ਸਾਰੀ ਉਸ ਖੁਦਾ ਦੀ ਹੈ, ਉਸ ਮੁਰਸ਼ਦ ਦੀ ਹੈ। ਅੱਲਾ ਦਾ ਨੂਰ ਹੈ ਦੁਨੀਆ ਸਾਰੀ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇਖੋ ਮੰਦੇ। ਤਿਉਂ ਪੜੀਏ ਧਾਰਨਾ ਸ਼ਬਦ ਪਿਆਰ ਨਾਲ। ਉਹ ਅੱਲਾ ਦਾ ਨੂਰ ਹੈ ਦੁਨੀਆ ਏ ਰੰਗਲੀ ਤੇਰੀ। ਅੱਲਾ ਦਾ ਨੂਰ ਹੈ ਰੰਗਲੀ ਏ ਦੁਨੀਆ ਤੇਰੀ। ਅੱਲਾ ਦਾ ਨੂਰ ਹੈ ਰੰਗਲੀ ਏ ਦੁਨੀਆ ਤੇਰੀ। ਅੱਲਾ ਦਾ ਨੂਰ ਹੈ ਰੰਗਲੀ ਏ ਦੁਨੀਆ ਤੇਰੀ। ਅੱਲਾ ਦਾ ਨੂਰ ਹੈ ਦੁਨੀਆ ਤੇਰੀ। ਅੱਲਾ ਦਾ ਨੂਰ ਹੈ ਦੁਨੀਆ ਤੇਰੀ। ਅੱਲਾ ਦਾ ਨੂਰ ਹੈ ਰੰਗਲੀ ਏ ਦੁਨੀਆ ਤੇਰੀ। ਅੱਲਾ ਦਾ ਨੂਰ ਹੈ ਰੰਗਲੀ ਏ ਦੁਨੀਆ ਤੇਰੀ। ਅੱਲਾ ਦਾ ਨੂਰ ਹੈ ਕੁਦਰਤ ਕੇ ਬੰਦੇ ਸਾਰੇ। ਅੱਲਾ ਦਾ ਨੂਰ ਹੈ ਦੁਨੀਆ ਏ ਰੰਗਲੀ ਤੇਰੀ। ਅੱਲਾ ਦਾ ਨੂਰ ਹੈ ਕੁਦਰਤ ਦੇ ਬੰਦੇ ਸਾਰੇ। ਅੱਲਾ ਦਾ ਨੂਰ ਹੈ ਰੰਗਲੀ ਏ ਦੁਨੀਆ ਤੇਰੀ। ਕੁਦਰਤ ਏ ਦੁਨੀਆ ਤੇਰੀ ਰੰਗਲੀ ਏ ਦੁਨੀਆ ਤੇਰੀ। ਰੰਗਲੀ 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 ਏ ਦੁਨੀਆ ਤੇਰੀ ਰੰਗਲੀ ਏ ਦੁਨੀਆ ਤੇਰੀ। ਅੱਲਾ ਦਾ ਨੂਰ ਹੈ ਰੰਗਲੀ ਏ ਦੁਨੀਆ ਤੇਰੀ।
अल्लाह दा नूर है रंगली है दुनिया तेरी। अल्लाह दा नूर है रंगली है दुनिया सारी। अल्लाह दा नूर है रंगली है दुनिया सारी। अल्लाह दा नूर है रंगली है दुनिया सारी। अल्लाह वाहिगुरु खुदा दा नाम एक है परमाच पै गई दुनिया। अल्लाह वाहिगुरु खुदा दा नाम एक है परमाच पै गई दुनिया। ओ अल्लाह वाहिगुरु खुदा दा नाम एक है परमाच पै गई दुनिया। अल्लाह वाहिगुरु खुदा दा नाम एक है परमाच पै गई दुनिया। अल्लाह वाहिगुरु खुदा दा नाम एक है परमाच पै गई दुनिया। अल्लाह वाहिगुरु खुदा दा नाम एक है परमाच पै गई दुनिया। अल्लाह वाहिगुरु खुदा दा नाम एक है परमाच पै गई दुनिया। ओ अल्लाह वाहिगुरु खुदा दा नाम एक है परमाच पै गई दुनिया। अल्लाह वाहिगुरु खुदा दा नाम एक है परमाच पै गई दुनिया। अल्लाह वाहिगुरु खुदा दा नाम एक है परमाच पै गई दुनिया। आवले अल्लाह नूर पाया कुदरत के सामंदे एक नूर ते सब जग उपजया। कहन भले को मंदे लोगा भरम न भूलो भाई खालक खलक खलक मैं खालक पूर रहो सर बिठाई। माटी एक अनेक भांत कर साजी साजन हारै ना कछ पूछ माटी के भांडे ना कछ पोच कंब्यारा। कंब्यारा एक जो माटी गूंदी बहु विध भानी लाई। कंब्यार हुंदा ना एक मिट्टी लियाउंदा पट के एक थाम्यों लियाउंदा है ਉਹਦੇ ਕਿੰਨੇ ਰੂਪ ਦੇ ਵਿੱਚ ਭਾਂਡੇ ਤਿਆਰ ਕਰ ਦਿੰਦਾ ਹੈ। ਕਿਸੇ ਦਾ ਚੱਪਣ ਬਣਾਤਾ, ਕਿਸੇ ਦਾ ਘੜਾ ਬਣਾਤਾ, ਕੋਈ ਤੌੜਾ ਬਣਾਤਾ, ਕਿਸੇ ਦੀ ਕੁੰਡੀ ਬਣਾਤੀ, ਕਿਸੇ ਦਾ ਕੁਛ ਬਣਾਤਾ। ਮਿੱਟੀ ਇੱਕੋ ਹੀ ਹੁੰਦੀ ਹੈ। ਉਹ ਇੱਦਾਂ ਹੀ ਪ੍ਰਮਾਤਮਾ ਇੱਕ ਹੈ ਤੇ ਸਾਨੂੰ ਜਿਹਨੇ ਸਾਜਿਆ ਨਾ, ਜਿਹਨੇ ਸਾਨੂੰ ਮਿੱਟੀ ਲਾਈ ਉਹ ਵੀ ਇੱਕੋ ਹੀ ਹੈ। ਤੇ ਧਿਆਨ ਦੇਣਾ ਗੁਰਮੁਖ ਪਿਆਰਿਓ, ਜਿਵੇਂ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਤੇ ਕਬੀਰ ਸਾਹਿਬ ਜੀ ਦੇ ਨਾਲ ਲੋਕ ਨਾ ਉਸ ਸਮੇਂ ਜਾਤ ਦੀ ਘਿਰਣਾ ਕਰਦੇ ਸੀ। ਤੇ ਕੇਵਲ ਟੂਕ ਮਾਤਰ ਮੈਂ ਆਪ ਜੀ ਨਾਲ ਸਾਂਝੀ ਕਰਨੀ ਆ, ਫਿਰ ਨਾਲੋਂ ਨਾਲ ਭਗਤ ਰਵਿਦਾਸ ਮਹਾਰਾਜ ਜੀ ਦੀ ਸਾਖੀ, ਜਨਮ ਸਾਖੀ ਆਪਾਂ ਆਰੰਭ ਕਰਾਂਗੇ ਜਿੰਨਾ ਸਮਾਂ ਮਹਾਰਾਜ ਜੀ ਨੇ ਬਖਸ਼ਿਆ। ਇਹ ਪਰਿਵਾਰ ਵੱਲੋਂ ਹੁਕਮ ਹੈ ਵੀ ਭਗਤ ਰਵਿਦਾਸ ਮਹਾਰਾਜ ਜੀ ਦਾ ਪ੍ਰਸੰਗ ਸੁਣਾਉਣਾ ਹੈ। ਤੇ ਗੁਰਮੁਖ ਪਿਆਰਿਓ, ਕਹਿੰਦੇ ਨਾ ਕਬੀਰ ਸਾਹਿਬ ਜੀ ਨੂੰ ਇੱਕ ਪੰਡਤ ਜੀ ਮਿਲ ਗਏ। ਹੁਣ ਸ਼ੁਰੂਆਤ ਵਿੱਚ ਮੈਂ ਦੱਸ ਦਿੱਤਾ ਵੀ ਜਾਤ ਕੋਈ ਹੈ ਨਹੀਂ। ਅਸਲ ਵਿੱਚ ਪੰਡਤ ਜਿਹੜਾ ਨਾਂ ਹੈ ਵਿਦਵਤਾ ਦਾ ਨਾਂ ਹੈ। ਜਿਹਦੇ ਕੋਲੇ ਵਿਦਵਤਾ ਹੈ ਨਾ, ਵਿਦਵਾਨ ਹੈ ਜਿਹੜਾ, ਸੰਸਕ੍ਰਿਤ ਭਾਸ਼ਾ ਦੇ ਵਿੱਚ ਜਦੋਂ ਕੰਸ਼ੀ ਦੇ ਵਿੱਚ ਪੜ੍ਹਨ ਜਾਂਦੇ ਹੁੰਦੇ ਸੀ ਲੋਕ, ਉਦੋਂ ਉਹਨਾਂ ਨੂੰ ਵਿਦਵਾਨ ਕਹਿੰਦੇ ਹੁੰਦੇ। ਤੇ ਵਿਦਵਾਨ ਤੋਂ ਫਿਰ ਪੰਡਤ ਪੈ ਗਿਆ। ਪੰਡਤ ਜੀ, ਪੰਡਤ ਜੀ ਕਹਿ ਲਓ, ਗਿਆਨੀ ਜੀ ਕਹਿ ਲਓ। ਤੇ ਗੁਰਮੁਖ ਪਿਆਰਿਓ, ਇੱਕੋ ਹੀ ਗੱਲ ਹੈ। ਗਿਆਨੀ ਗਿਆਨ ਕਮਾਵੇ, ਧਿਆਨੀ ਧਿਆਨ ਲਾਵੇ, ਜੋਗੀ ਜੋਗ ਕਮਾਵੇ, ਜੋਗੀ ਜੋਗ ਮੁਕਤਾ। ਤੇ ਇਹ ਸਾਰਾ ਸ਼ਬਦ ਮਹਾਰਾਜ ਜੀ ਨੇ ਸੰਪੂਰਨ ਸ਼ਬਦ ਵਿੱਚ ਦੱਸਿਆ। ਤੇ ਕਬੀਰ ਸਾਹਿਬ ਜੀ ਨੂੰ ਨਾ ਕਹਿੰਦੇ ਪੰਡਤ ਜੀ ਮਿਲ ਗਏ, ਕਿਉਂਕਿ ਉਦੋਂ ਸਮਾਂ ਹੀ ਇਹੋ ਜਿਹਾ ਹੁੰਦਾ ਸੀ, ਅਨਪੜ੍ਹਤਾ ਬਹੁਤੀ ਸੀ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਉਦੋਂ ਉਹ ਸਮਾਂ ਬੜਾ ਵਧੀਆ ਸੀ। ਤੇ ਗੁਰਮੁਖ ਪਿਆਰਿਓ, ਹੁਣ ਅੱਜ ਪੜ੍ਹੇ ਲਿਖੇ ਆ ਸਾਰੇ, ਸੂਝਵਾਨ ਆ। ਆਮ ਅਸੀਂ ਵੀ ਕਈ ਵਾਰੀ ਜਦੋਂ ਜਾਂਦੇ ਹਾਂ ਜਾਂ ਗੁਰਦੁਆਰਾ ਸਾਹਿਬ ਕਿਸੇ ਗ੍ਰੰਥੀ ਸਿੰਘ ਨੂੰ ਰੱਖਣਾ ਹੁੰਦਾ, ਉਹਨੂੰ ਪੁੱਛਣਗੇ ਵੀ ਤੇਰੀ ਜਾਤ ਕੀ ਹੈ। ਲੈ ਵੀ ਗ੍ਰੰਥੀ ਰੱਖਣਾ ਤੁਸੀਂ, ਜਾਤ ਤੋਂ ਕਿਆ ਲੈਣਾ ਤੁਸੀਂ। ਗ੍ਰੰਥੀ ਸਿੰਘ ਨੂੰ ਗੁਰਦੁਆਰਾ ਸਾਹਿਬ ਰੱਖਣਗੇ, ਪੰਡਤ ਨੂੰ ਮੰਦਿਰ ਵਿੱਚ ਰੱਖਣਗੇ, ਪੰਡਤ ਨੂੰ ਤੇ ਗ੍ਰੰਥੀ ਸਿੰਘ ਨੂੰ ਪੁੱਛਣਗੇ ਵੀ ਤੇਰੀ ਜਾਤ ਕੀ ਹੈ। ਤੇ ਮਹਾਰਾਜ ਜੀ ਕਹਿੰਦੇ ਆ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣਬੋ। ਤੇ ਕਬੀਰ ਸਾਹਿਬ ਜੀ ਤੋਂ ਉਸ ਸਮੇਂ ਘਿਰਨਾ ਕਰਦੇ ਸੀ, ਕਹਿੰਦੇ ਵੀ ਇਹ ਸ਼ੂਦਰ ਹੈ। ਜਿਵੇਂ ਭਗਤ ਰਵਿਦਾਸ ਜੀ ਤੋਂ ਰਾਮਾਨੰਦ ਜੀ ਗੁਰੂ ਹੋਏ ਸੀ,
ਇਹ ਸਾਰੇ ਇੱਕ ਦੂਏ ਦੇ ਸਮਕਾਲੀ ਸੀਗੇ। ਭਗਤ ਰਵਿਦਾਸ ਜੀ ਨੇ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ ਇਹਨਾਂ ਸਾਰਿਆਂ ਦਾ। ਤੇ ਇਸ ਸ਼ਬਦ ਉੱਤੇ ਆਪਾਂ ਫੇਰ ਆਵਾਂਗੇ, ਪਹਿਲਾਂ ਇੰਨਾ ਹੀ ਵਿਚਾਰ ਲਈਏ। ਹੁਣ ਨਾ ਕਹਿੰਦੇ ਜਦੋਂ ਕਬੀਰ ਸਾਹਿਬ ਜੀ ਨੂੰ ਪੰਡਤ ਜੀ ਮਿਲੇ, ਵਿਦਵਾਨ ਮਿਲੇ, ਵਿਦਵਾਨ ਇੱਥੇ ਜਾਤ ਨੂੰ ਨਹੀਂ ਕਹਿ ਰਿਹਾ ਮੈਂ ਕਿਸੇ ਨੂੰ, ਵਿਦਵਾਨ ਜਾਨੀ ਜਿਹੜਾ ਵਿਦਵਾਨ ਗਿਆਨਵਾਨ, ਉਹ ਕਹਿੰਦੇ ਜਦੋਂ ਭਗਤ ਜੀ ਨੂੰ ਮਿਲੇ ਉਹ ਕਹਿੰਦੇ ਓਏ ਤੂੰ ਸ਼ੂਦਰ ਹੈ। ਤੇ ਕਬੀਰ ਸਾਹਿਬ ਕਹਿੰਦੇ ਅੱਛਾ, ਕਹਿੰਦੇ ਪੰਡਤ ਜੀ ਬਹਿ ਜਾਓ। ਕਹਿੰਦੇ ਆਓ ਦੱਸੋ, ਇੱਕ ਅਸੀਂ ਸ਼ਬਦ ਪੜ੍ਹਦੇ ਹਾਂ, ਕਹਿੰਦੇ ਹਮ ਕਤ ਬ੍ਰਾਹਮਣ ਤੁਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਫਿਰ ਸ਼ੁਰੂ ਦਾ ਸ਼ਬਦ ਪੜ੍ਹ ਲਈਏ, ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਵਾਟ ਕਾਏ ਨਹੀਂ ਆਇਆ। ਉਹ ਕਹਿੰਦੇ ਭਾਈ ਜੇ ਤੂੰ ਵਿਦਵਾਨ ਹੈ, ਪੰਡਤ ਹੈ, ਫਿਰ ਕਹਿੰਦੇ ਜਿਵੇਂ ਮੈਂ ਸੰਸਾਰ ਵਿੱਚ ਜਨਮ ਲੈ ਕੇ ਆ, ਮਾਂ ਦੇ ਉਧਰ ਤੋਂ ਹੀ ਹਰ ਇੱਕ ਬੰਦਾ ਜਨਮ ਲੈ ਕੇ ਆਉਂਦਾ, ਚਾਹੇ ਕੋਈ ਕਿਸੇ ਜਾਤ ਨਾਲ ਸੰਬੰਧ ਰੱਖਦਾ ਜੀ। ਤੇ ਉਹ ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਜੇ ਤੂੰ ਬ੍ਰਾਹਮਣ ਹੈ ਫਿਰ ਬ੍ਰਾਹਮਣੀ ਮਾਂ ਦਾ ਹੀ ਜਾਇਆ ਹੋਏਗਾ, ਜਨਮਿਆ ਹੋਏਗਾ। ਤੇ ਜਿਵੇਂ ਤੂੰ ਜਨਮ ਕੇ ਆਇਆ ਮਾਤਾ ਬ੍ਰਾਹਮਣੀ ਦੀ ਕੁੱਖ ਤੋਂ, ਉਵੇਂ ਮੈਂ ਜਨਮ ਕੇ ਆਇਆ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਏ ਨਹੀਂ ਆਇਆ। ਬਾਟ ਕਹਿੰਦੇ ਜੀ ਰਸਤੇ ਨੂੰ। ਉਹ ਕਹਿੰਦੇ ਫਿਰ ਜਿੱਦਾਂ ਮੈਂ ਜਨਮ ਲੈ ਕੇ ਆਇਆ ਮਾਂ ਦੇ ਉਧਰ ਤੋਂ, ਉਵੇਂ ਤੂੰ ਜਨਮ ਲੈ ਕੇ ਆਇਆ। ਫਿਰ ਗੱਲ ਇਹ ਸਵਾਦ ਵਾਲੀ ਤਾਂ ਸੀ, ਕਬੀਰ ਸਾਹਿਬ ਕਹਿੰਦੇ ਉਦੋਂ ਵੀ ਇਹ ਐਡੀ ਵੱਡੀ ਗੱਲ ਕਰ ਦੇਣੀ ਕਿ ਵੱਡੀ ਗੱਲ ਸੀ ਉਸ ਸਮੇਂ ਦੇ ਵਿੱਚ। ਕਹਿੰਦੇ ਫਿਰ ਤੂੰ ਹੋਰ ਰਸਤੇ ਕਿਉਂ ਨਹੀਂ ਆ ਸਕਿਆ? ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਿਉਂ ਆਇਆ ਇਹ ਰਸਤੇ? ਫਿਰ ਜਿਹੜੇ ਰਸਤੇ ਮੈਂ ਤਾਂ ਆਇਆ ਆਪਣੀ ਮਾਂ ਦੇ ਉਧਰ ਤੋਂ ਜਨਮ ਲੈ ਕੇ ਆਇਆ, ਤੂੰ ਵੀ ਉਸ ਮਾਤਾ ਬ੍ਰਾਹਮਣੀ ਦੀ ਕੁੱਖ ਤੋਂ ਜਨਮ ਲੈ ਕੇ ਆਇਆ। ਤੇ ਫਿਰ ਕਹਿੰਦੇ ਤੂੰ ਉਹ ਰਸਤੇ ਕਿਉਂ ਆਇਆ? ਫਿਰ ਤੂੰ ਉੱਪਰੋਂ ਡਿੱਗਦਾ ਨਾ ਸਿੱਧਾ, ਜੇ ਤੂੰ ਬ੍ਰਾਹਮਣ ਹੈ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ। ਬਾਟ ਫਿਰ ਹੋਰ ਰਸਤੇ ਕਿਉਂ ਨਾ ਆਇਆ ਤੂੰ? ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਕਹਿੰਦੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ, ਮੈਨੂੰ ਸੂਦਰ ਕਹਿੰਦਾ। ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਉਹ ਕਹਿੰਦੇ ਪੰਡਤ ਜੀ ਸੁਣੋ, ਕਹਿੰਦੇ ਤੁਮ ਕਤ ਹਮ ਕਤ ਲਹੂ ਤੁਮ ਕਤ ਦੁੱਧ। ਕਹਿੰਦਾ ਤੇਰੇ 'ਚ ਦੁੱਧ ਨਹੀਂ ਵੀ ਮੇਰੇ 'ਚ ਖੂਨ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਿਹੜਾ ਖੂਨ ਮੇਰੇ 'ਚ ਉਹੀ ਤੇਰੇ 'ਚ ਹੈ। ਤੇ ਕਬੀਰ ਸਾਹਿਬ ਨੇ ਇੱਟ ਚੱਕੀ ਫਟਾਫਟ, ਨਾਲੇ ਆਪਣੀ ਉਂਗਲੀ ਭਾਲੀ ਨਾਲੇ ਉਹਦੀ ਭੰਨ ਕੇ ਐ ਰਲਾ ਕੇ ਕਹਿੰਦੇ ਲੈ ਦੇਖ ਹੈਗਾ ਫਰਕ ਕੋਈ। ਤੋ ਇਸ ਕਰਕੇ ਗੁਰਮੁਖ ਪਿਆਰਿਓ, ਅੱਜ ਦਾ ਜਿਹੜਾ ਸਮਾਂ ਹੈ ਨਾ, ਫਿਰ ਮਹਾਰਾਜ ਅੱਜ ਦੇ ਸਮੇਂ ਦੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀਐ ਲੱਭ ਲੋਭ ਹੰਕਾਰ। ਹੁਣ ਪੜ੍ਹੇ ਹੋਏ ਦੀ ਗੱਲ ਕਰਦੇ ਅੱਜ ਪੜ੍ਹੇ ਹੋਏ ਆ ਆਪਾਂ ਸਾਰੇ। ਪੜ੍ਹਿਆ ਹੋਇਆ ਬੰਦਾ ਕਹਿੰਦੇ ਮੂਰਖ ਹੈ। ਹੁਣ ਵਿਦਵਾਨ ਬੰਦਾ ਮੂਰਖ ਹੈ, ਗਿਆਨਵਾਨ ਬੰਦਾ ਮੂਰਖ ਹੈ, ਜਿਹੜਾ ਜਾਤ ਪਾਤ ਦੀਆਂ ਘਿਰਨਾ ਕਰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਾਣੀ ਉਹਨੂੰ ਮੂਰਖ ਕਹਿੰਦੀ ਹੈ। ਪੜ੍ਹਿਆ ਮੂਰਖ ਆਖੀ, ਕਹਿੰਦੇ ਪੜ੍ਹਿਆ ਹੋਇਆ ਮੂਰਖ ਸਮਝੋ। ਪੜ੍ਹਿਆ ਮੂਰਖ ਆਖੀ ਹੈ, ਉਹਨੂੰ ਜੇ ਆਪਾਂ ਮੂਰਖ ਕਹਿ ਦਈਏ ਨਾ, ਕੋਈ ਅਤਕਥਨੀ ਨਹੀਂ ਹੈ, ਕਹਿ ਸਕਦੇ ਆਪਾਂ। ਮਹਾਰਾਜ ਜੀ ਨੇ ਫਿਰ ਇੱਕ ਥਾਵੇਂ ਨਹੀਂ, ਇੱਥੇ ਦਾ ਇਹ ਸ਼ਬਦ ਵਰਤਿਆ, ਪੜ੍ਹਿਆ ਮੂਰਖ ਆਖੀਆ ਜਿਸ ਲੱਭ ਲੋਭ ਹੰਕਾਰ। ਕਹਿੰਦੇ ਜਿਹਦੇ ਅੰਦਰ ਲੱਭ ਭਾਵ ਲਾਲਚ ਹੈ, ਜਿਹਦੇ ਅੰਦਰ ਲੋਭ ਹੈ, ਜਿਹਦੇ ਅੰਦਰ ਲਾਲਚ ਹੈ, ਤੇ ਜਿਹੜਾ ਦੂਜਿਆਂ ਨੂੰ ਨੀਵਾਂ ਸਮਝਦਾ, ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦਾ, ਹੰਕਾਰੀ ਸਮਝਦਾ, ਤੇ ਮਹਾਰਾਜ ਜੀ ਕਹਿੰਦੇ ਉਹਨੂੰ ਮੂਰਖ ਸਮਝੋ। ਫਿਰ ਇੱਕ ਥਾਵੇਂ ਮਹਾਰਾਜ ਜੀ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਓ। ਕਹਿੰਦੇ ਜੇ ਪ੍ਰਮਾਤਮਾ ਦੇ ਨਾਂ ਨੂੰ ਮੰਨਦਾ ਨਹੀਂ, ਉਹ ਇਸ ਗੱਲ ਨੂੰ ਮੰਨਦਾ ਨਹੀਂ, ਉਹ ਕਹਿੰਦੇ ਮੂਰਖਾਂ ਦਾ ਸਰਦਾਰ ਹੈ। ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਓਏ ਤੂੰ ਤਾਂ ਮਹਾਮੂਰਖ ਹੈ। ਮਹਾਮੂਰਖ ਕਿਹਨੂੰ ਕਹਿੰਦੇ ਆ ਜੀ? ਜਿਹੜਾ ਮੂਰਖਾਂ ਦਾ ਸਰਦਾਰ ਹੋਵੇ ਉਹਨੂੰ ਕਹਿੰਦੇ ਮਹਾਮੂਰਖ। ਤੇ ਮਹਾਰਾਜ ਜੀ ਕਹਿੰਦੇ ਮੂਰਖਾਂ ਸਿਰ ਮੂਰਖ ਹੈ। ਉਹ ਕਹਿੰਦੇ ਮੂਰਖਾਂ ਦਾ ਵੀ ਮੂਰਖ ਹੈ। ਕੌਣ? ਜੇ ਉਹ ਮੰਨੈ ਨਾ ਹੀ ਨਾਓ। ਕਹਿੰਦੇ ਜਿਹੜਾ ਪਰਮਾਤਮਾ ਨੂੰ ਮੰਨਦਾ ਨਹੀਂ ਹੈ। ਸਪਸ਼ਟ ਨੇ ਜੀ ਗੱਲਾਂ ਸਾਰੀਆਂ। ਤੋ ਇਸ ਕਰਕੇ ਫਿਰ ਇੱਕ ਸ਼ਬਦ ਵਿੱਚ ਮਹਾਰਾਜ ਜੀ ਨਾਲ ਦੀ ਨਾਲ ਸਾਡੇ ਮਨ ਦੇ ਸੰਕਲਪ ਦੂਰ ਕਰਦੇ ਆ। ਤੇ ਜਦੋਂ ਹੁਣ ਕਈ ਵਾਰੀ ਸੱਚ ਨੂੰ ਸੁਣਨਾ ਔਖਾ ਹੈ ਨਾ, ਹੁਣ ਇਹੀ ਸੇਮ ਵਿਚਾਰਧਾਰਾ ਭਗਤ ਰਵਿਦਾਸ ਮਹਾਰਾਜ ਜੀ ਦੀ ਸੀ। ਤੇ ਭਗਤ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ, ਰਵਿਦਾਸ ਢਵੰਤਾ ਢੋਰ ਨੀਤ ਜਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਆਪਣੇ ਸ਼ਬਦ ਵਿੱਚ ਲਿਖਿਆ ਸਾਰਾ ਇਹ ਪੂਰਿਆਂ ਭਗਤਾਂ ਦਾ, ਜਿਨੇ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇੱਕ ਘੜੀ ਸਤ ਸੰਗਤ ਸੁਣਿਆ ਭਗਤ ਸੈਣ ਜੀ ਨੇ, ਤੇ ਜਾਤ ਦੇ ਨਾਈ ਸੀ। ਤੇ ਕਹਿੰਦੇ ਉਹਨਾਂ ਨੇ ਸੁਣਿਆ, ਕਿਉਂਕਿ ਇਹ ਤਾਂ ਕਹਿਣਾ ਪੈ ਰਿਹਾ ਕਿਉਂਕਿ ਕਬੀਰ ਸਾਹਿਬ ਉਸ ਸਮੇਂ ਦੇ ਲੋਕਾਂ ਨੂੰ ਦੱਸ ਰਹੇ ਸੀ
ਉਹ ਕਹਿੰਦੇ ਉਹ ਲੋਕੋ, ਭਗਤ ਸੈਣ ਜੀ ਜਾਤ ਦੇ ਨਾਈ ਸੀ, ਰਾਜਿਆਂ ਦੇ ਘਰੇ ਜਾ ਕੇ ਭਾਂਡੇ ਮਾਂਜਣੇ, ਬੁੱਤੀ ਚੱਪੀ ਕਰਨੀ। ਤੇ ਕਹਿੰਦੇ ਜਦੋਂ ਰੱਬ ਦੇ ਘਰੇ ਸਤਸੰਗ ਸੁਣਨ ਲੱਗ ਗਏ, ਆਨੰਦ ਆਇਆ, ਚੌਂਕੜਾ ਵੱਜਿਆ, ਬਹਿ ਗਏ। ਇੰਨਾ ਆਨੰਦ ਵਿੱਚ ਮਗਨ ਹੋ ਕੇ ਬਿਰਤੀ ਜੁੜ ਗਈ ਪਰਮਾਤਮਾ ਨਾਲ। ਇੱਕ ਘੜੀ ਸਤ ਸੰਗਤ ਵਿੱਚੋਂ ਰੱਬ ਪਾ ਲਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਇੱਕ ਘੜੀ ਵਿੱਚੋਂ, ਇੱਕ ਘੜੀ 60 ਮਿੰਟਾਂ ਦੀ ਹੁੰਦੀ ਹੈ ਜੀ, ਉਸ ਤੋਂ ਅੱਧੀ ਘੜੀ 30 ਮਿੰਟਾਂ ਦੀ ਹੁੰਦੀ ਹੈ, ਉਸ ਤੋਂ ਅੱਧੀ ਘੜੀ 15 ਮਿੰਟ ਦੀ ਹੁੰਦੀ ਹੈ, ਉਸ ਤੋਂ ਅੱਧੀ ਘੜੀ 5-7 ਮਿੰਟ ਦੀ ਹੁੰਦੀ ਹੈ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਫੁਨਿਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ। ਤੇ ਜਿੰਨਾ ਵੀ ਸਮਾਂ ਹੋ ਜਾਏ, ਉਹ ਫਿਰ ਭਗਤ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਸਪੈਸ਼ਲੀ। ਸੈਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਭਗਤਾਂ ਵਿੱਚ ਗਿਣਤੀ ਹੋ ਗਈ ਕਹਿੰਦੇ ਉਹਦੀ, ਤੁਸ਼ ਮਾਤਰ ਸੀ ਉਹਨਾਂ ਦਾ ਜੀਵਨ। ਤੇ ਜਦੋਂ ਸੰਗਤ ਸੁਣ ਲਈ, ਕਿਰਪਾ ਹੋ ਗਈ, ਭਗਤਾਂ ਵਿੱਚ ਗਿਣਤੀ ਹੋ ਗਈ, ਗੁਰੂ ਗ੍ਰੰਥ ਸਾਹਿਬ ਵਿੱਚ ਗਿਣਤੀ ਹੋ ਗਈ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਉੱਥੇ ਭਗਤ ਸੈਣ ਨੂੰ ਵੀ ਟੇਕਦੇ ਹਾਂ। ਐਦਾਂ ਹੀ ਹੈ ਜੀ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਉੱਥੇ ਰਵਿਦਾਸ ਮਹਾਰਾਜ ਜੀ ਨੂੰ ਵੀ ਟੇਕਦੇ ਹਾਂ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ, ਉੱਥੇ ਭਗਤ ਕਬੀਰ ਸਾਹਿਬ ਜੀ ਨੂੰ ਵੀ ਟੇਕਦੇ ਹਾਂ। ਉੱਥੇ ਅਸੀਂ ਸਦਨੇ ਨੂੰ ਵੀ ਟੇਕਦੇ ਹਾਂ। ਉੱਥੇ ਅਸੀਂ ਗੁਰਮੁਖ ਪਿਆਰਿਓ ਭਗਤ ਨਾਮਦੇਵ ਸ਼ੀਂਬੇ ਨੂੰ ਵੀ ਟੇਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ, 4 ਸਿੱਖਾਂ ਦੀ ਬਾਣੀ ਤੇ ਭੱਟਾਂ ਦੀ ਬਾਣੀ, ਤੇ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਜਿਨ੍ਹਾਂ ਨੂੰ ਅਸੀਂ ਨਤ ਨਮਸਕਾਰ ਹੁੰਦੇ ਹਾਂ। ਇਹ ਸਾਰੀ ਬਾਣੀ ਗਿਆਨ ਦਾ ਸੁਰਮਾ ਹੈ। ਤੇ ਗੁਰਮੁਖ ਪਿਆਰਿਓ ਧਿਆਨ ਦੇਣਾ, ਮੈਂ ਸਾਖੀ ਦੀ ਪ੍ਰਾਰੰਭਤਾ ਕਰਾਂ। ਹੁਣ ਭਗਤ ਰਵਿਦਾਸ ਜੀ ਇਹ ਸ਼ਬਦ ਨੂੰ ਉਚਾਰ ਰਹੇ ਨੇ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿੱਦ ਸੁਣ ਕੇ ਜਾਟ ਰੋਟ ਭਗਤੀ ਲੱਗਾ। ਕਹਿੰਦੇ ਜਦੋਂ ਇਹ ਤਰੀਕਾ ਧੰਨੇ ਭਗਤ ਨੇ ਸੁਣਿਆ ਨਾ, ਜੱਟ ਸੀ ਧੰਨਾ, ਇਹ ਬਿੱਦ ਸੁਣ ਕੇ ਜਾਟ ਰੋ, ਜਦੋਂ ਜਾਟ ਰੋ, ਉੱਥੇ ਜਾਟ ਰੋ ਸ਼ਬਦ ਵਰਤਿਆ। ਜਾਟ ਸੀ ਰਾਜਸਥਾਨ ਦਾ ਭਗਤ ਧੰਨਾ, ਜਾਟ। ਆਪਣੇ ਤਾਂ ਇੱਧਰ ਜੱਟ ਕਹਿੰਦੇ ਆਪਾਂ, ਉਹ ਜਾਟ ਨੇ ਉੱਧਰਲੇ, ਹਰਿਆਣਵੀ ਜਾਟ, ਰਾਜਸਥਾਨੀ ਜਾਟ। ਤੇ ਇਹ ਬਿੱਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਧੰਨੇ ਦਾ ਵੀ ਜ਼ਿਕਰ ਕੀਤਾ ਭਗਤ ਜੀ ਨੇ ਆਪਣੀ ਕਲਮ ਵਿੱਚ। ਕਹਿੰਦੇ ਧੰਨੇ ਨੂੰ ਵੀ ਰੀਸ ਲੱਗੀ। ਫਿਰ ਤਰਲੋਚਨ ਪੰਡਤ ਤੋਂ ਪੱਥਰ ਲਿਆਂਦਾ, ਉਹਨੇ ਚਲਾਕੀ ਨਾਲ ਹੋਰ ਦੇਤਾ, ਤੇ ਉਹਨੇ ਭਾਵਨਾ ਸੀ, ਭੋਲਾ ਸੀ ਧੰਨਾ। ਕਹਿੰਦੇ ਭੋਲੇ ਭਾਏ ਮਿਲੇ ਰਗਰਾਇਆ। ਰੱਬ ਜਾਂ ਤਾਂ ਭੋਲਿਆਂ ਨੂੰ ਮਿਲਦਾ ਭਾਈ, ਜਾਂ ਸਿੱਧੇ ਸਾਧਿਆਂ ਨੂੰ ਮਿਲਦਾ ਹੈ। ਮਹਾਰਾਜ ਜੀ ਕਹਿੰਦੇ ਚਤਰਾਈ ਕਰਨ ਵਾਲੇ ਮਨੁੱਖ ਨੂੰ ਰੱਬ ਨਹੀਂ ਮਿਲਦਾ। ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਆਨੰਦ ਸਾਹਿਬ ਗੁਰੂ ਅਮਰਦਾਸ ਸਾਹਿਬ ਦੀ ਬਾਣੀ। ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਸੁਣ ਲੈ। ਕਹਿੰਦੇ ਮੇਰਿਆ ਮਨਾ, ਚਤਰਾਈ ਨਾਲ ਕਦੇ ਰੱਬ ਨਹੀਂ ਮਿਲਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਤੇ ਭਗਤ ਰਵਿਦਾਸ ਜੀ ਦਾ ਹੁਣ ਜਦੋਂ ਜਨਮ ਹੋਇਆ, ਜਿਸ ਵਕਤ ਇਹ 4 ਜਨਮ ਪਾਏ ਭਗਤ ਰਵਿਦਾਸ ਜੀ ਨੇ। ਪਹਿਲਾ ਪ੍ਰਕਾਸ਼ ਜਦੋਂ ਹੋਇਆ, ਬ੍ਰਹਮਚਾਰੀ ਸੀ ਇਹ, ਤੇ ਉਸ ਸਮੇਂ ਰਾਮਾਨੰਦ ਜੀ ਦੇ ਸੇਵਕ ਸੀ। ਤੇ ਗੁਰਮੁਖ ਪਿਆਰਿਓ ਰਾਮਾਨੰਦ ਜੀ ਦੇ ਸੇਵਕ ਹੁਣ ਡਾਲੀ ਦੀ ਗਜਾ ਕਰਦੇ ਹੁੰਦੇ ਸੀ ਭਗਤ ਜੀ, ਰਵਿਦਾਸ ਜਨਮ ਲੈਣ ਤੋਂ ਪਹਿਲਾਂ। ਤੇ ਜਦੋਂ ਹੁਣ ਪ੍ਰਸ਼ਾਦਾ ਲੈਣ ਘੱਲੇ, ਤੇ ਇਹਨਾਂ ਦੇ ਗੁਰੂ ਜੀ ਕਹਿੰਦੇ ਭਾਈ ਫਲਾਣਿਆਂ ਦੇ ਘਰੋਂ ਪ੍ਰਸ਼ਾਦਾ ਨਹੀਂ ਲੈ ਕੇ ਆਉਣਾ। ਉਹ ਕਹਿਣ ਲੱਗੇ ਮਹਾਰਾਜ ਕਿਉਂ ਨਹੀਂ ਲੈ ਕੇ ਆਉਣਾ? ਤੇ ਰਾਮਾਨੰਦ ਜੀ ਕਹਿੰਦੇ ਇਹ ਭਾਈ ਮਨ ਦੇ ਮੈਲੇ ਨੇ, ਨਾ ਤਾਂ ਇਹ ਸਤ ਸੰਗਤ ਕਰਦੇ ਆ, ਨਾ ਰੱਬ ਦੀ ਬਾਣੀ ਸੁਣਦੇ ਨੇ। ਤੇ ਉਹ ਸਿਆਣਿਆਂ ਦੀ ਕਹਾਵਤ ਹੈ ਨਾ ਵੀ ਜੈਸਾ ਖਾਈਏ ਅੰਨ ਤੈਸਾ ਹੋ ਜਾਏ ਮਨ। ਤੇ ਹੁਣ ਗੁਰਮੁਖ ਪਿਆਰਿਓ ਜਿਸ ਵਿਰਤੀ ਨਾਲ ਅੰਨ ਬਣੇ, ਭੋਜਨ ਬਣੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਸ਼੍ਰੀ ਰਾਗ ਦੇ ਵਿੱਚ ਦੱਸਿਆ ਪੂਰਾ ਸ਼ਬਦ। ਤੋ ਇਸ ਕਰਕੇ ਸਤਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਵਿੱਚ ਰਹਿਣ ਵਾਲੇ ਰਾਮਾਨੰਦ ਜੀ ਨੇ ਕਹਿੰਦੇ ਭਗਤ ਜੀ ਨੂੰ ਇਹ ਕਹਿਦਾ ਵੀ ਜਾਣਾ ਨਹੀਂ। ਇੱਕ ਦਿਨ ਕੀ ਹੋਇਆ, ਬਾਰਿਸ਼ ਹੋ ਗਈ, ਮੋਹਲੇ ਧਾਰ ਬਰਖਾ ਪੈ ਗਈ, ਡਿੱਗ ਗਏ। ਉਹਨਾਂ ਨੇ ਚੱਕਿਆ, ਘਰ ਵਾਲਿਆਂ ਨੇ, ਜਿਨ੍ਹਾਂ ਦੇ ਮਨਾ ਕਰਿਆ ਸੀ ਉਹਨਾਂ ਨੇ ਕੱਪੜੇ ਲੀੜੇ ਸਾਫ਼ ਕੀਤੇ ਭਗਤ ਜੀ ਦੇ, ਸੁਕਾ ਕੇ ਕੱਪੜੇ, ਤੇ ਘਰੋਂ ਹੀ ਸਾਰਾ ਪ੍ਰਸ਼ਾਦਾ ਲਾ ਕੇ ਦਿੱਤਾ। ਤੇ ਜਦੋਂ ਹੁਣ ਭਗਤ ਜੀ ਨੇ ਪ੍ਰਸ਼ਾਦਾ ਛਕਿਆ, ਜਾ ਕੇ ਛਕਾਇਆ ਗੁਰੂ ਨੂੰ, ਤੇ ਉਸ ਵਕਤ
ਉਹ ਬਿਰਤੀ ਜਿਹੜੀ ਬੁੱਧ ਸੀ, ਕਿਉਂਕਿ ਅੰਨ ਵਿੱਚ ਭੋਜਨ ਵਿੱਚ ਨਸ਼ਾ ਹੁੰਦਾ ਹੈ, ਤੇ ਭੋਜਨ ਛਕਿਆ ਨਾ ਜਦੋਂ ਭਗਤ ਜੀ ਦਾ, ਸਾਰੀ ਦਿਹਾੜੀ ਉਹ ਗੁਰਮੁਖ ਪਿਆਰਿਓ ਰਾਮਾਨੰਦ ਜੀ ਜਿਹੜੇ ਉੱਥੇ ਡੇਰੇ ਦੇ ਵਿੱਚ ਚੇਲੇ ਬਾਲ ਕੇ ਰੱਖੇ ਹੋਏ ਸੀ, ਸਾਰੀ ਦਿਹਾੜੀ ਮਸਤੀ ਕਰੀ ਗਏ। ਜਦੋਂ ਭੋਜਨ ਉਤਰਿਆ, ਹਜਮ ਹੋਇਆ, ਉਹ ਬੁਲਾ ਲਿਆ ਕੋਲੇ ਭਗਤ ਜੀ ਨੂੰ, ਕਹਿੰਦੇ ਭਾਈ ਕਿਹਨਾਂ ਤੋਂ ਲਿਆਇਆ ਸੀ ਭੋਜਨ? ਕਹਿੰਦਾ ਜੀ ਫਲਾਣਿਆਂ ਦਿਓ। ਕਹਿੰਦੇ ਭਾਈ ਤੈਨੂੰ ਰੋਕਿਆ ਸੀ, ਤੂੰ ਬਚਨ ਨਹੀਂ ਮੰਨਿਆ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਰੇ। ਤੂੰ ਬਚਨ ਨਹੀਂ ਮੰਨਿਆ, ਜਾ ਕਹਿੰਦੇ ਤੇਰਾ ਭਾਈ ਨੀਚਾਂ ਦੇ ਘਰੇ ਜਨਮ ਹੋਵੇਗਾ। ਇਹ ਭਗਤ ਰਵਿਦਾਸ ਮਹਾਰਾਜ ਜੀ ਦੇ ਸਦਕੇ ਜਾਈਏ ਭਾਈ, ਸਾਨੂੰ ਮਾਣ ਸਨਮਾਨ ਬਖਸ਼ਿਆ। ਫਿਰ ਇੱਥੇ ਹੀ ਇਹ ਮਾਣ ਸਨਮਾਨ ਨਹੀਂ ਮੁੱਕਿਆ, ਜਿੱਥੇ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ ਨਾ, ਉੱਥੇ ਭਾਈ ਸੰਗਤ ਸਿੰਘ ਜੀ ਜਾਤ ਦੇ ਰਵਿਦਾਸੀਏ ਸੀ। ਜਦੋਂ ਚਮਕੌਰ ਸਾਹਿਬ ਦਾ ਜੰਗ ਲੱਗਿਆ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ, ਉਸ ਸਮੇਂ ਮਹਾਰਾਜ ਜੀ ਨੇ ਜਦੋਂ ਆਨੰਦਪੁਰ ਸਾਹਿਬ ਤੋਂ ਇੱਥੇ ਆਏ ਚਮਕੌਰ ਸਾਹਿਬ, ਆਪਣੇ ਵੱਡੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ ਮਹਾਰਾਜ ਜੀ ਨੇ, ਤੇ ਉਸ ਸਮੇਂ ਇੱਥੇ 5 ਪਿਆਰੇ ਨਾਲ ਸੀ ਮਹਾਰਾਜ ਜੀ ਦੇ, ਉਹ ਵੀ 5 ਅਲੱਗ-ਅਲੱਗ ਜਾਤੀ ਦੇ ਸੀ। ਭਾਈ ਦਇਆ ਸਿੰਘ, ਧਰਮ ਸਿੰਘ, ਤੇ ਉਹ ਅਲੱਗ-ਅਲੱਗ ਜਾਤੀ ਦੇ ਸੀ। ਕੋਈ ਝੌਰ ਸੀ, ਕੋਈ ਕਿਸੇ ਜਾਤ ਨਾਲ ਸੀ, ਕੋਈ ਕਿਸੇ ਜਾਤ ਨਾਲ ਸੀ। ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਮਹਾਰਾਜ ਜੀ ਨੇ ਫਿਰ ਉਸ ਸਮੇਂ ਸ਼ਬਦ ਉਚਾਰਿਆ ਸੀ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ। ਤੇ ਉਸ ਸਮੇਂ ਗੁਰਮੁਖ ਪਿਆਰਿਓ ਭਾਈ ਸੰਗਤ ਸਿੰਘ ਜਾਤ ਦੇ ਰਮਦਾਸੀਏ। ਹੁਣ ਮੈਨੂੰ ਤਾਂ ਇਹ ਕਰਕੇ ਨਾਂ ਲੈਣਾ ਪੈਂਦਾ ਵੀ ਤਾਂ ਕਿ ਸਾਨੂੰ ਪਤਾ ਲੱਗੇ ਸਾਡਾ ਪਿਛੋਕੜ ਕੀ ਹੈ, ਸਾਡਾ ਇਤਿਹਾਸ ਕੀ ਹੈ। ਉਸ ਸਮੇਂ ਮਹਾਰਾਜ ਜੀ ਨੇ ਆਪਣਾ ਕਲਗੀ ਤੋੜਾ ਲਾ ਕੇ ਤੇ ਭਾਈ ਸੰਗਤ ਸਿੰਘ ਦੇ ਲਾਤਾ ਸੀ, ਜਿਹਦਾ ਬਿਲਕੁਲ ਭੁਲੇਖਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪੈਂਦਾ ਸੀ। ਕਿਉਂਕਿ ਗੁਰੂ ਦੇ ਪਿਆਰੇ ਹਮੇਸ਼ਾ ਗੁਰੂ ਵਰਗੇ ਹੁੰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਵੀ ਜੇ ਮੇਰਾ ਪੂਰਨ ਖਾਲਸਾ ਸਜਿਆ ਹੋਇਆ ਤੁਸੀਂ ਵੇਖ ਲਓ ਨਾ, ਤੇ ਤੁਹਾਨੂੰ ਉਹਦੇ ਵਿੱਚੋਂ ਮੇਰਾ ਹੀ ਸਰੂਪ ਦਿਸੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਰ ਉਹ ਬਾਣੀ ਤੇ ਬਾਣੇ ਦਾ ਧਾਰ ਨਹੀਂ ਹੋਵੇ। ਇਦਾਂ ਕਰਕੇ ਕਹਿੰਦੇ ਜਦੋਂ ਭਗਤ ਜੀ ਦਾ ਇਧਰ ਦੇਹਾਂਤ ਹੋਇਆ, ਜਨਮ ਹੋਇਆ, ਪੁਰਾਣੇ ਸਮਿਆਂ ਦੇ ਵਿੱਚ ਨਾ ਵਿਦਵਾਨਾਂ ਦੇ ਕਥਨ ਅਨੁਸਾਰ ਜਿਹੜੀ ਆਪਣੀ ਫੁਲਵਾੜੀ ਸੀ ਭਗਤ ਰਵਿਦਾਸ ਮਹਾਰਾਜ ਜੀ ਦੀ, ਤੇ ਇਹਨਾਂ ਨੂੰ ਟੋਭੇ ਦੇ ਕਿਨਾਰੇ ਬਿਠਾਇਆ ਜਾਂਦਾ ਸੀ, ਛਿੱਕਾ ਢਾਲ ਕੇ ਕੰਨਾਂ ਵਿੱਚ ਪਾਇਆ ਜਾਂਦਾ ਸੀ। ਚੰਗੀ ਗੱਲ ਸੁਣਨ ਦਾ ਹੁਕਮ ਨਹੀਂ ਸੀ ਉਸ ਸਮੇਂ। ਇਹ ਅੱਜ ਅਸੀਂ ਵੱਡੀਆਂ ਵੱਡੀਆਂ ਨੌਕਰੀਆਂ ਤੇ ਵੱਡੇ ਵੱਡੇ ਦਰਜੇ ਤੇ ਗੁਰਮੁਖ ਪਿਆਰਿਓ ਵੱਡੇ ਵੱਡੇ ਅਹੁਦੇ ਸਾਡੇ ਕੋਲੇ ਅੱਜ, ਇਹ ਭਗਤ ਰਵਿਦਾਸ ਜੀ ਦੀ, ਭਾਈ ਸੰਗਤ ਸਿੰਘ ਵਰਗਿਆਂ ਦੀ ਕਿਰਪਾ ਹੈ, ਜਿਨ੍ਹਾਂ ਨੇ ਗੁਰੂ ਦਾ ਲੜ ਫੜਿਆ। ਤੇ ਗੁਰਮੁਖ ਪਿਆਰਿਓ ਬੀਜ ਭਗਤ ਰਵਿਦਾਸ ਜੀ ਨੇ ਬੀਜ ਦਿੱਤਾ, ਤੇ ਭਾਈ ਸੰਗਤ ਸਿੰਘ ਤੇ ਜਾ ਕੇ ਉਹ ਅੰਕਰ ਫੁੱਟਿਆ, ਤੇ ਅੱਜ ਆ ਸਾਨੂੰ ਪੱਗਾਂ ਦਾ ਮਾਣ, ਅੰਮ੍ਰਿਤ ਧਾਰੀ ਹੋਣ ਦਾ ਮਾਣ, ਇਹ ਭਾਈ ਸੰਗਤ ਸਿੰਘ ਦੀ ਦੇਣ ਹੈ। ਤੇ ਗੁਰਮੁਖ ਪਿਆਰਿਓ ਇਤਿਹਾਸ ਵੱਡਾ ਸਾਡਾ, ਪਰ ਅਸੀਂ ਆਪਣੇ ਇਤਿਹਾਸ ਨੂੰ ਨਾ ਭੁੱਲੀਏ, ਇਤਿਹਾਸ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ। ਤੇ ਗੁਰਮੁਖ ਪਿਆਰਿਓ ਕਿਉਂਕਿ ਅਸੀਂ ਗਰਾਊਂਡ ਲੈਵਲ ਦੇ ਉੱਤੇ ਜਦੋਂ ਵਿਚਰਦੇ ਹਾਂ, ਸੁਣਦੇ ਹਾਂ, ਅੱਜ ਬਹੁਲੇ ਪਿੰਡਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਗੁਰਦੁਆਰੇ ਜਾਤਾਂ ਪਾਤਾਂ ਦੇ ਬਣ ਗਿਆ, ਫਲਾਣਿਆਂ ਦਾ ਜੀ, ਧਮਕਾਣਿਆਂ ਦਾ ਜੀ। ਹੁਣ ਸਾਨੂੰ ਤਾਂ ਬਣਾਉਣਾ ਪੈਂਦਾ ਹੈ ਕਿਉਂਕਿ ਉੱਥੇ ਸਾਡੇ ਨਾਲ ਉਹ ਨਫ਼ਰਤ ਕਰਦੇ ਆ, ਵੱਡੀ ਜਾਤ ਵਾਲੇ। ਅੱਜ ਵੀ ਉਹੀ ਹਾਲ ਹੈ। ਮੈਂ ਜਿਹੜੀ ਸ਼ੁਰੂ 'ਚ ਗੱਲ ਕਹੀ ਸੀ ਨਾ, ਪੜ੍ਹਿਆ ਮੂਰਖ ਆਖੀਆ ਲੱਭ ਲੋਭ ਹੰਕਾਰ, ਉਹ ਫਿਰ ਇਉਂ ਸਮਝੀ ਆਪਾਂ ਵੀ ਪੜ੍ਹੇ ਲਿਖੇ ਬੰਦੇ ਮੂਰਖ ਨੇ ਜਿਹੜੇ ਜਾਤ ਦਾ ਮਾਣ ਕਰਦੇ ਆ, ਗੋਤ ਦਾ ਮਾਣ ਕਰਦੇ। ਤੇ ਮਹਾਰਾਜ ਜੀ ਨੇ ਜਾਤ ਗੋਤ ਤਾਂ ਰੱਖੀ ਨਹੀਂ ਸਿੱਖ ਦੀ, ਜਾਤ ਕਾ ਗਰਭ ਨਾ ਕਰਿਓ। ਤੋ ਇਸ ਕਰਕੇ ਫਿਰ ਮਹਾਰਾਜ ਜੀ ਨੇ ਲਿਖਿਆ, ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦ ਤੇ ਸਭ ਉਤਪਤ ਹੋਈ। ਫਿਰ ਕਿਹਾ ਜਾਤ ਕਾ ਗਰਭ ਕਰ ਮੂਰਖ ਗਵਾਰਾ। ਕਹਿੰਦੇ ਜਿਹੜਾ ਜਾਤ ਦਾ ਗਰਭ ਕਰਦਾ, ਹੰਕਾਰ ਕਰਦਾ ਨਾ, ਉਹ ਮੂਰਖ ਹੈ। ਮਹਾਰਾਜ ਜੀ ਕਹਿੰਦੇ ਉਹ ਗਵਾਰ ਹੈ। ਗਵਾਰ ਪਤਾ ਕਿਹਨੂੰ ਕਹਿੰਦੇ ਆ? ਆਪਾਂ ਆਮ ਕਈ ਵਾਰੀ ਸੰਸਾਰਕ ਦੁਨਿਆਵੀ ਭਾਸ਼ਾ ਦੇ ਵਿੱਚ ਆਪਾਂ ਕਈ ਵਾਰੀ ਉਹ ਪਿਆਰ ਜਿਹਨੂੰ ਕਹਿੰਦੇ, ਉਹ ਇਹ ਗਵਾਰ, ਉਹ ਮੂਰਖਾ, ਇੱਦਾਂ ਪਿਆਰ ਦੇ ਸ਼ਬਦ ਨਾਲ ਆਪਾਂ ਕਈ ਵਾਰੀ ਕਿਹਨੂੰ ਬੋਲ ਦਈਏ। ਊਂ ਜੇ ਕਿਸੇ ਨੂੰ ਉੱਦਾਂ ਹੀ ਬੋਲਦੇ, ਆਲਾ ਲੜਨ ਤੱਕ ਜਾਂਦਾ, ਕਹਿੰਦਾ ਤੈਂ ਮੈਨੂੰ ਗਵਾਰ ਕਹਿੰਦਾ, ਮੂਰਖ ਕਹਿੰਦਾ। ਤੇ ਬਾਣੀ ਉਹਨੂੰ ਮੂਰਖ ਕਹਿੰਦੀ ਹੈ, ਬਾਣੀ ਉਹਨੂੰ ਗਵਾਰ ਕਹਿੰਦੀ ਹੈ ਜਿਹੜਾ ਆਪਣੀ ਜਾਤ ਤੇ ਗੋਤ ਦਾ ਹੰਕਾਰ ਕਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰੂ ਜੀ ਨੇ ਤਾਂ ਸਾਨੂੰ ਉਸ ਪ੍ਰਮਾਤਮਾ ਦਾ ਰੂਪ ਬਣਾਇਆ।
ਤੇ ਮਹਾਰਾਜ ਜੀ ਕਹਿੰਦੇ ਸਾਰਿਆਂ ਵਿੱਚ, ਉਹ ਕਿਸੇ ਵਿੱਚ ਵੀ ਪ੍ਰਗਟ ਹੋ ਸਕਦਾ, ਕਿਸੇ ਵਿੱਚ ਵੀ ਉਹਦੀ ਕਿਰਪਾ ਹੋ ਸਕਦੀ ਹੈ। ਤੇ ਕਹਿੰਦੇ ਹੁਣ ਭਗਤ ਰਵਿਦਾਸ ਜੀ ਦਾ ਜਦੋਂ ਜਨਮ ਹੋਇਆ, ਮਾਤਾ ਕਲਸਾ ਜੀ ਤੇ ਪਿਤਾ ਸੰਤੋਖ ਦਾਸ ਜੀ ਦੇ ਘਰੇ, ਤੇ ਗੁਰਮੁਖ ਪਿਆਰੇ ਜਦੋਂ ਆਪ ਜੀ ਦਾ ਪ੍ਰਕਾਸ਼ ਹੋਇਆ, ਉਹੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਰੂਪ ਸੀ, ਤੇ ਉਵੇਂ ਹੀ ਕਹਿੰਦੇ ਇੰਨੀ ਰੋਸ਼ਨਾਈ ਹੋ ਗਈ। ਤੇ ਗੁਰਮੁਖ ਪਿਆਰੇ ਜਿਹੜੀ ਉਸ ਸਮੇਂ ਦੀ ਦਾਈ ਸੀ, ਉਹਨੇ ਸੋਚਿਆ ਵੀ ਹਜ਼ਾਰਾਂ ਬੱਚੇ ਮੇਰੇ ਹੱਥਾਂ ਵਿੱਚ ਜਨਮੇ, ਪਰ ਇਹ ਬੱਚਾ ਕੋਈ ਅਨੋਖਾ ਹੈ ਜਿਹਦੇ ਸਿਰ ਦੇ ਆਲੇ ਦੁਆਲੇ ਚੱਕਰ ਘੁੰਮਦਾ ਸ਼ਕਤੀ ਦਾ, ਇਹ ਕੋਈ ਅਨੋਖੀ ਸ਼ਕਤੀ ਹੈ। ਇਸ ਕਰਕੇ ਇਉਂ ਪਾਤਸ਼ਾਹ ਜੀ ਦੇ ਬਚਨ ਨੇ ਨਾ, ਤੇ ਕਹਿੰਦੇ ਜਿਸ ਵਕਤ ਹੁਣ ਉਹ 7 ਦਿਨ ਹੋ ਗਏ ਦੁੱਧ ਨਾ ਪੀਤਾ ਆਪਣੀ ਮਾਤਾ ਦਾ, ਗੁੱਸੇ ਵਿੱਚ ਸੀ। ਗੁੱਸਾ ਇਸ ਕਰਕੇ ਸੀ ਵੀ ਇਹ ਪ੍ਰਮਾਤਮਾ ਜੀਓ, ਮੈਂ ਆਪ ਜੀ ਦੀ ਇੰਨੀ ਭਗਤੀ ਕੀਤੀ, ਇਹ ਮੈਨੂੰ ਕਿਹੜੇ ਜਨਮਾਂ ਦਾ ਡੰਨ ਦਿੱਤਾ। ਤੇ ਫਿਰ ਉਹ ਭਗਤ ਰਵਿਦਾਸ ਮਹਾਰਾਜ ਜੀ ਨੇ ਸਾਡੀ ਜਾਤ ਨੂੰ, ਸਾਡੀ ਕੁੱਲ ਨੂੰ ਉੱਚਾ ਚੁੱਕਿਆ, ਸੰਘਰਸ਼ ਕੀਤਾ ਸਾਡੇ ਧਰਮ ਲਈ, ਸਾਡੀ ਬਰਾਦਰੀ ਲਈ। ਉਸ ਸਮੇਂ ਨਾਗਰਮੱਲ ਬਾਦਸ਼ਾਹ ਸੀ, ਤੇ ਭਗਤ ਜੀ ਜਦੋਂ ਛੋਟੇ ਸੀ ਤੇ ਪ੍ਰਮਾਤਮਾ ਪਰਮੇਸ਼ਰ ਜਿਹੜਾ ਸੀ ਨਾ, ਉਹ ਵੈਦ ਦਾ ਰੂਪ ਧਾਰ ਕੇ ਆ ਗਿਆ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਮੌਖਦ ਮੁਖ ਦੇਵੈ ਕੱਟ